ਚੋਣਾਂ ਭਾਰਤੀ ਲੋਕਤੰਤਰ ਵਿੱਚ ਆਤਮਾ ਦੀ ਤਰ੍ਹਾਂ ਵਸਦੀਆਂ ਨੇ। ਚੋਣਾਂ ਕਰਾਉਣ ਵਾਲੇ ਵਿਅਕਤੀ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਸ ਪ੍ਰਣਾਲੀ ਦੀ ਜ਼ਰੂਰੀ ਗੋਪਨੀਯਤਾ ਅਤੇ ਪ੍ਰਬੰਧਾਂ ਨੂੰ ਹਮੇਸ਼ਾ ਕਾਇਮ ਰੱਖੇ। ਆਓ ਮਿਲਦੇ ਹਾਂ ਸ਼੍ਰੀਮਾਨ ਰਵੀ ਕੁਮਾਰ ਨੂੰ, ਜੋ ਕਿ ਪ੍ਰੀਜ਼ਾਈਡਿੰਗ ਆਫੀਸਰ ਨਿਯੁਕਤ ਕੀਤੇ ਗਏ ਹਨ। ਚੋਣ ਅਧਿਕਾਰੀ ਦਾ ਕੰਮ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਤੇ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ। ਆਓ ਅਸੀਂ ਉਹਨਾਂ ਦੇ ਕੰਮ ਨੂੰ ਸ਼ੁਰੂ ਤੋਂ ਵੇਖੀਏ ਅਤੇ ਸਮਝੀਏ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ, ਫਰਜ਼ ਅਤੇ ਚੋਣ ਦੇ ਵੱਖ-ਵੱਖ ਪੜਾਅ ਕੀ ਹੁੰਦੇ ਨੇ। ਰਵੀ ਲਈ ਟ੍ਰੇਨਿੰਗ ਪ੍ਰਕਿਰਿਆ ਨੂੰ ਸਮਝਣਾ, ਚੋਣ ਨਿਯਮਾਂ ਨੂੰ ਸਮਝਣਾ ਅਤੇ ਵੋਟ ਪਾਉਣ ਦੇ ਅਧਿਕਾਰ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਹੁਣ ਉਸ ਨੂੰ ਪੋਲਿੰਗ ਪਾਰਟੀ ਦੀ ਵਿਸਥਾਰਪੂਰਵਕ ਜਾਣਕਾਰੀ ਹੋ ਜਾਏਗੀ। ਵਿਧਾਨ ਸਭਾ ਚੋਣਾਂ ਵਿੱਚ ਇੱਕ ਪ੍ਰੀਜ਼ਾਈਡਿੰਗ ਆਫੀਸਰ, 3 ਚੋਣ ਅਧਿਕਾਰੀ ਹੁੰਦੇ ਹਨ। ਲੋਕ ਸਭਾ ਚੋਣਾਂ ਵਿੱਚ ਮੈਂਬਰਾਂ ਦੀ ਗਿਣਤੀ 5 ਹੋ ਸਕਦੀ ਹੈ। ਇਹ ਜ਼ਰੂਰੀ ਹੈ ਕਿ ਪ੍ਰੀਜ਼ਾਈਡਿੰਗ ਆਫੀਸਰ ਜ਼ਰੂਰੀ ਇਸ਼ਤਿਹਾਰਾਂ ਅਤੇ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹ ਲਵੇ। ਚੋਣ ਅਧਿਕਾਰੀ ਦੀ ਨਿਯੁਕਤੀ ਇੱਕ ਡਾਟਾਬੇਸ ਵਿੱਚ ਦਰਜ ਯੋਗ ਵਿਅਕਤੀਆਂ ਵਿੱਚ ਰੈਂਡਮਾਈਜੇਸ਼ਨ ਦੇ ਆਧਾਰ ਤੇ ਕੀਤੀ ਜਾਂਦੀ ਹੈ। ਚੋਣ ਖੇਤਰ ਦੀ ਜਾਣਕਾਰੀ ਟ੍ਰੇਨਿੰਗ ਦੇ ਪਹਿਲੇ ਪੜਾਅ ਤੇ ਜ਼ਾਹਿਰ ਨਹੀਂ ਕੀਤੀ ਜਾਂਦੀ। ਜ਼ਿਆਦਾਤਰ ਇਹ ਵੀ ਨਹੀਂ ਦੱਸਿਆ ਜਾਂਦਾ ਕਿ ਉਹ ਪ੍ਰੀਜ਼ਾਈਡਿੰਗ ਆਫੀਸਰ ਹੈ ਜਾਂ ਪੋਲ ਆਫੀਸਰ। ਇਹ ਪਹਿਲਾ ਪੱਤਰ ਸੀ ਜੋ ਰਵੀ ਨੂੰ ਪ੍ਰਾਪਤ ਹੋਇਆ। ਰੈਂਡਮਾਈਜੇਸ਼ਨ ਦੇ ਦੂਸਰੇ ਪੜਾਅ ਵਿੱਚ ਪੋਲਿੰਗ ਪਾਰਟੀ ਬਣਾ ਦਿੱਤੀ ਜਾਂਦੀ ਹੈ। ਇਹ ਕੰਮ 6 ਤੋਂ 7 ਦਿਨ ਪਹਿਲਾਂ ਹੁੰਦਾ ਹੈ, ਪਰ ਪੋਲਿੰਗ ਸਟੇਸ਼ਨ ਅਜੇ ਵੀ ਜ਼ਾਹਿਰ ਨਹੀਂ ਕੀਤਾ ਜਾਂਦਾ। ਇਸ ਪੜਾਅ ਤੇ ਆਬਜ਼ਰਵਰ ਦਾ ਹੋਣਾ ਜ਼ਰੂਰੀ ਹੈ। ਤੀਸਰੀ ਰੈਂਡਮਾਈਜੇਸ਼ਨ ਪੋਲਿੰਗ ਪਾਰਟੀ ਦੇ ਆਪਣੇ ਨਿਰਧਾਰਿਤ ਸਟੇਸ਼ਨ ਤੇ ਪਹੁੰਚਣ ਤੋਂ ਥੋੜੀ ਦੇਰ ਪਹਿਲਾਂ ਹੀ ਕੀਤੀ ਜਾਂਦੀ ਹੈ। ਇਸ ਸਮੇਂ ਵੀ ਆਬਜ਼ਰਵਰ ਦਾ ਹਾਜ਼ਰ ਰਹਿਣਾ ਜ਼ਰੂਰੀ ਹੈ। ਪੋਲਿੰਗ ਸਮਾਨ ਦਾ ਇਕੱਠਾ ਕਰਨਾ ਅਤੇ ਪੋਲਿੰਗ ਪਾਰਟੀ ਦੀ ਰਵਾਨਗੀ EVM। ਚੋਣਾਂ ਤੋਂ ਘੱਟੋ-ਘੱਟ 1 ਦਿਨ ਪਹਿਲਾਂ ਚੋਣ ਸਮੱਗਰੀ ਇਕੱਠੀ ਕਰਨੀ ਹੁੰਦੀ ਹੈ। ਰਵੀ ਅਤੇ ਉਸ ਦੀ ਟੀਮ ਨੂੰ ਫੋਟੋ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ। ਇਸ ਵਿੱਚ ਸਭ ਤੋਂ ਜ਼ਰੂਰੀ ਹੈ EVM ਦੀ ਸਪੁਰਦਗੀ। ਇਸ ਦੇ 2 ਮੁੱਖ ਹਿੱਸੇ ਹੁੰਦੇ ਹਨ: the ballot unit, the control unit। EVM ਦੇ ਵਿੱਚ ਵੋਟਰ ਫੋਟੋ ਸ਼ਨਾਖਤੀ ਕਾਗਜ਼ ਪ੍ਰਣਾਲੀ ਹੋ ਸਕਦੀ ਹੈ ਤਾਂ ਕਿ ਮਤਦਾਤਾ ਦੀ ਪਾਰਦਰਸ਼ਤਾ ਅਤੇ ਵੈਰੀਫਿਕੇਸ਼ਨ ਆਸਾਨੀ ਨਾਲ ਹੋ ਸਕੇ। ਰਵੀ ਲਈ ਇਹ ਜਾਣਨਾ ਜ਼ਰੂਰੀ ਹੋਏਗਾ ਕਿ EVM ਮਸ਼ੀਨ ਦੇ ਟੈਗ ਚੰਗੀ ਤਰ੍ਹਾਂ ਲੱਗੇ ਹੋਏ ਹਨ ਅਤੇ ਇਹ ਉਸੇ ਪੋਲਿੰਗ ਸਟੇਸ਼ਨ ਨਾਲ ਸੰਬੰਧਿਤ ਹੈ। ਉਹ ਇਸ ਦੀ ਬੈਟਰੀ ਨੂੰ ਚੈੱਕ ਕਰੇਗਾ, ਇਸ ਦੀਆਂ ਤਾਰਾਂ ਚੈੱਕ ਕਰੇਗਾ ਅਤੇ ਜੇਕਰ ਉਹ ਇਸ ਵਿੱਚ ਕੋਈ ਖਾਮੀ ਦੇਖਦਾ ਹੈ ਜਾਂ ਉਹ EVM ਉਸ ਪੋਲਿੰਗ ਸਟੇਸ਼ਨ ਦੀ ਨਹੀਂ ਹੈ ਤਾਂ ਤੁਰੰਤ ਉਸ ਨੂੰ ਬਦਲਣ ਲਈ ਕਹੇਗਾ। ਅਤੇ ਇਸ ਦੀ ਸੂਚਨਾ ਹਲਕਾ ਮੈਜਿਸਟ੍ਰੇਟ ਜਾਂ ਰਿਟਰਨਿੰਗ ਅਧਿਕਾਰੀ ਨੂੰ ਦੇਵੇਗਾ।
ਧਿਆਨ ਰੱਖਣ ਯੋਗ ਗੱਲਾਂ। ਮਸ਼ੀਨ ਦੇ ਕਿਸੇ ਹਿੱਸੇ ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਪਾਓ। ਕਿਸੇ ਵੀ ਹਿੱਸੇ ਦੇ ਕਵਰ ਅਤੇ ਸ਼ਟਰ ਨੂੰ ਦਬਾਅ ਪਾ ਕੇ ਨਾ ਖੋਲੋ। ਈਵੀਐਮ ਨੂੰ ਕਿਸੇ ਹੀਟਰ ਜਾਂ ਗਰਮ ਚੀਜ਼ ਦੇ ਨੇੜੇ ਨਾ ਰੱਖੋ। ਲਾਖ ਜਾਂ ਮੋਮ ਨੂੰ ਮਸ਼ੀਨ ਉੱਪਰ ਨਾ ਡਿੱਗਣ ਦਿਓ। ਬੈਟਰੀ ਨੂੰ ਮਸ਼ੀਨ ਤੋਂ ਅਲੱਗ ਨਾ ਕਰੋ। ਕੰਟਰੋਲ ਯੂਨਿਟ ਦੀ ਬਾਹਰੀ ਸੀਲ ਨੂੰ ਗਿਣਤੀ ਟੇਬਲ ਤੱਕ ਆਉਣ ਤੋਂ ਪਹਿਲਾਂ ਨਾ ਖੋਲੋ। ਕੇਬਲ ਕਨੈਕਸ਼ਨ ਨੂੰ ਉਲਟੀ ਦਿਸ਼ਾ ਵਿੱਚ ਲਗਾਉਣ ਦੀ ਕੋਸ਼ਿਸ਼ ਨਾ ਕਰੋ। ਹੁੱਡ ਦੇ ਉੱਪਰ ਲੱਗੇ ਸਪਰਿੰਗ ਨੂੰ ਦਬਾਉਣ ਤੋਂ ਪਹਿਲਾਂ ਇੰਟਰਕਨੈਕਟਡ ਕੇਬਲ ਨੂੰ ਨਾ ਖਿੱਚੋ। ਦ ਇਲੈਕਟਰ ਰੋਲ। ਵੋਟਰ ਸੂਚੀ ਦੀ ਮਾਰਕਡ ਕਾਪੀ ਪ੍ਰੀਜ਼ਾਈਡਿੰਗ ਆਫੀਸਰ ਅਤੇ ਉਸ ਦੀ ਟੀਮ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ। ਰਵੀ ਨੂੰ ਇਸ ਦੀਆਂ 3 ਕਾਪੀਆਂ ਮਿਲਦੀਆਂ ਹਨ। ਜੇਕਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੁੰਦੀਆਂ ਹਨ ਤਾਂ ਮਾਰਕਡ ਕਾਪੀਆਂ ਦੀ ਗਿਣਤੀ 5 ਹੋ ਸਕਦੀ ਹੈ। ਇਹਨਾਂ ਨੂੰ ਮਾਰਕਡ ਕਾਪੀਆਂ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਵੋਟਰ ਨਾਲ ਸੰਬੰਧਿਤ ਨਾਮ, PBCSV ਅਤੇ EDC ਜਾਂ ਪ੍ਰੌਕਸੀ ਵੋਟਰ ਦਾ ਇੰਦਰਾਜ ਹੁੰਦਾ ਹੈ। ਮਾਰਕਡ ਕਾਪੀ ਲੈਣ ਤੋਂ ਪਹਿਲਾਂ ਰਵੀ ਇਹ ਨਿਰਧਾਰਿਤ ਕਰੇਗਾ ਕਿ ਉਹ ਮੁਕੰਮਲ ਅਤੇ ਤਰਤੀਬ ਵਿੱਚ ਹਨ। ਇਹ ਵੀ ਚੈੱਕ ਕਰਨਾ ਜ਼ਰੂਰੀ ਹੈ ਕਿ ਨੰਬਰ ਅਤੇ ਨਾਮ ਸਹੀ ਤਰਤੀਬ ਵਿੱਚ ਹਨ। ਛਪੇ ਹੋਏ ਨੰਬਰਾਂ ਦੀ ਤਰਤੀਬ ਨੂੰ ਸਿਆਹੀ ਜਾਂ ਕਿਸੇ ਹੋਰ ਢੰਗ ਨਾਲ ਬਦਲਿਆ ਤਾਂ ਨਹੀਂ ਗਿਆ, ਕੋਈ ਨਵੇਂ ਨੰਬਰ ਤਾਂ ਨਹੀਂ ਜੋੜੇ ਗਏ, ਕੱਟੇ ਹੋਏ ਨਾਮ ਸਹੀ ਢੰਗ ਨਾਲ ਮਾਰਕ ਕੀਤੇ ਗਏ ਹਨ। ਰਵੀ ਇਹ ਯਕੀਨੀ ਬਣਾਏਗਾ ਕਿ ਮਾਰਕਡ ਕਾਪੀ ਜਾਂ ਇਲੈਕਟਰਲ ਰੋਲ ਉੱਪਰ ਰਿਟਰਨਿੰਗ ਆਫੀਸਰ ਅਤੇ ਸਹਾਇਕ ਰਿਟਰਨਿੰਗ ਆਫੀਸਰ ਦੁਆਰਾ ਨਿਰਧਾਰਿਤ ਫਾਰਮੈਟ ਵਿੱਚ ਸਰਟੀਫਿਕੇਟ ਸਾਈਨ ਕੀਤਾ ਹੋਇਆ ਹੈ। ਹੋਰ ਸਮੱਗਰੀ। ਰਵੀ 20 ਬੈਲਟ ਪੇਪਰ ਵੀ ਲਵੇਗਾ ਜੋ ਕਿ ਉਸ ਦੇ ਪੋਲਿੰਗ ਸਟੇਸ਼ਨ ਨਾਲ ਸੰਬੰਧਿਤ ਹੋਣ। ਉਹ AST ਲਿਸਟ ਮਤਲਬ ਗੈਰ ਹਾਜ਼ਰ, ਵਿਸਥਾਪਿਤ ਅਤੇ ਮਰ ਚੁੱਕੇ ਵੋਟਰਾਂ ਦਾ ਰਿਕਾਰਡ ਵੀ ਲਵੇਗਾ। ਉਹ ਇਹ ਵੀ ਚੈੱਕ ਕਰੇਗਾ ਕਿ ਉਸ ਕੋਲ ਚੋਣ ਲੜ ਰਹੇ ਉਮੀਦਵਾਰਾਂ ਦੇ ਨਮੂਨਾ ਹਸਤਾਖਰ ਅਤੇ ਪੋਲਿੰਗ ਏਜੰਟਾਂ ਦੇ ਹਸਤਾਖਰ ਦਾ ਫਾਰਮ ਜ਼ਰੂਰ ਹੋਵੇ। ਹੋਰ ਜ਼ਰੂਰੀ ਇਲੈਕਸ਼ਨ ਮਟੀਰੀਅਲ। ਪੋਲਿੰਗ ਮਟੀਰੀਅਲ ਦੀ ਲਿਸਟ। ਰਜਿਸਟਰ ਆਫ ਵੋਟਰਸ 17A 1 ਕਿਤਾਬ। ਵੋਟਰ ਸਲਿਪਸ 1600। ਵਰਕਿੰਗ ਕਾਪੀਜ਼। ਕਲਾਸੀਫਾਈਡ ਸਰਵਿਸ ਵੋਟਰ ਦੀ ਲਿਸਟ ਜਾਂ CSV ਜੇਕਰ ਕੋਈ ਹੈ। ਟੈਂਡਰ ਵੋਟਰਾਂ ਲਈ ਬੈਲਟ ਪੇਪਰ 20। ਨਾਮ ਮਿਟਣ ਵਾਲੀ ਸਿਆਹੀ 10 CC 2। CU ਦੇ ਲਈ ਐਡਰੈਸ ਟੈਗ 5। BU ਲਈ ਐਡਰੈਸ ਟੈਗ 4। ਸਪੈਸ਼ਲ ਟੈਗ 3। EVM ਦੇ ਲਈ ਗ੍ਰੀਨ ਪੇਪਰ ਸੀਲ 4। ਆਊਟਰ ਪੇਪਰ ਸਟ੍ਰਿਪ ਸੀਲ 3। ਰਬਰ ਸਟੈਂਪ ਤੀਰ ਨਿਸ਼ਾਨ ਵਾਲਾ 1। ਸਟੈਂਪ ਪੈਡ ਪਰਪਲ ਕਲਰ 1। ਪ੍ਰੀਜ਼ਾਈਡਿੰਗ ਆਫੀਸਰ ਲਈ ਮੈਟਲ ਸੀਲ 1। ਪ੍ਰੀਜ਼ਾਈਡਿੰਗ ਆਫੀਸਰ ਡਾਇਰੀ 1। ਡਿਸਟਿੰਗੁਇਸ਼ ਮਾਰਕ ਲਈ ਰਬਰ ਸਟੈਂਪ 1। ਰਵੀ ਹੁਣ ਇਹ ਦੇਖ ਰਿਹਾ ਹੈ ਕਿ ਉਸ ਕੋਲ ਸਾਰੇ ਲੋੜੀਂਦੇ ਟ੍ਰੈਸ਼ਰੀ ਫਾਰਮਸ ਹਨ। ਇਹ ਸਾਰੇ ਫਾਰਮ ਵੋਟਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਹੁਤ ਜ਼ਰੂਰੀ ਹਨ। ਫਾਰਮਾਂ ਦੀ ਲਿਸਟ। ਚੋਣ ਲੜ ਰਹੇ ਉਮੀਦਵਾਰ ਫਾਰਮ 7A 2। ਚੈਲੰਜ ਵੋਟਰਸ ਫਾਰਮ 14 2। ਅੰਨੇ ਅਤੇ ਇਨਫਰਮ ਵੋਟਰਸ ਫਾਰਮ 14A 2। ਟੈਂਡਰ ਵੋਟਰਾਂ ਦੀ ਲਿਸਟ ਫਾਰਮ 17B 2। ਰਿਕਾਰਡਡ ਵੋਟਾਂ ਦਾ ਅਕਾਊਂਟਸ ਫਾਰਮ 17C 10। ਯੂਜ਼ਡ ਪੇਪਰ ਸੀਲਾਂ ਦਾ ਰਿਕਾਰਡ 2। ਚੈਲੰਜਡ ਵੋਟਾਂ ਦੀ ਜ਼ਬਤ ਰਾਸ਼ੀ ਦੀ ਕਿਤਾਬ 1। SHO ਪੱਤਰ 4। ਪ੍ਰੀਜ਼ਾਈਡਿੰਗ ਅਫਸਰ ਲਈ ਡੈਕਲੇਰੇਸ਼ਨ ਚੋਣ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਚੋਣ ਖਾਤਮੇ ਤੇ ਪਾਠ 1-4 2 ਸੈਟ। ਇਲੈਕਟਰਲ ਦੀ ਉਮਰ ਸੰਬੰਧੀ ਡੈਕਲੇਰੇਸ਼ਨ 2। ਉਹ ਵੋਟਰ ਜਿਨ੍ਹਾਂ ਨੇ ਉਮਰ ਘੋਸ਼ਣਾ ਦੇਣ ਤੋਂ ਨਾ ਕੀਤੀ ਦੀ ਲਿਸਟ 10। ਬਲਾਈਂਡ ਅਤੇ ਹੈਂਡੀਕੈਪ ਵੋਟਰਾਂ ਦੇ ਸਹਾਇਕਾਂ ਵੱਲੋਂ ਘੋਸ਼ਣਾ 10। ਪੋਲਿੰਗ ਏਜੰਟ ਦੇ ਪਾਸ ਹਰ ਉਮੀਦਵਾਰ ਲਈ 2 ਵਿਜ਼ਿਟ ਸ਼ੀਟ 2। ਪ੍ਰੀਜ਼ਾਈਡਿੰਗ ਅਫਸਰ ਦੁਆਰਾ ਆਬਜ਼ਰਵਰ ਨੂੰ 16 ਪੁਆਇੰਟ ਦੀ ਜਾਣਕਾਰੀ ਦਾ ਫਾਰਮੈਟ। ਇਸ ਦੇ ਨਾਲ ਹੀ ਰਵੀ ਲਈ ਇਹ ਜ਼ਰੂਰੀ ਹੋਏਗਾ ਕਿ ਉਹ ਕਈ ਕਾਗਜ਼ਾਂ ਨੂੰ ਪਾਉਣ ਲਈ ਲਿਫਾਫੇ ਆਪਣੇ ਨਾਲ ਲੈ ਕੇ ਜਾਏ।
ਲਿਫਾਫਿਆਂ ਦੀ ਸੂਚੀ। ਸਟੈਚੂਰੀ ਅਤੇ ਨੌਨ ਸਟੈਚੂਰੀ ਲਿਫਾਫਿਆਂ ਸੰਬੰਧੀ ਛੋਟੇ ਲਿਫਾਫੇ ਜਾਂ ਸਟੈਚੂਰੀ ਕਵਰ SE81, ਵੋਟ ਲਿਸਟ ਦੀ ਮਾਰਕਡ ਕਾਪੀ SE81, ਵੋਟ ਲਿਸਟ ਦੀ ਹਰ ਕਾਪੀ SE8, ਟੈਂਡਰਡ ਬੈਲਟ ਪੇਪਰ ਅਤੇ ਟੈਂਡਰਡ VOTING ਲਿਸਟ ਵਾਸਤੇ ਇੱਕ ਪ੍ਰੀਜ਼ਾਈਡਿੰਗ ਆਫੀਸਰ ਦੁਆਰਾ ਚੋਣ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਘੋਸ਼ਣਾ SE71, ਵੋਟਾਂ ਦੀ ਗਿਣਤੀ ਰਿਕਾਰਡ ਕਰਨ ਲਈ SE51, ਬਦਲੀਆਂ ਵੋਟਾਂ ਦੀ ਲਿਸਟ SE51, ਨਾ ਵਰਤੀ ਅਤੇ ਖਰਾਬ ਹੋਈ ਪੇਪਰ ਸੀਲ SE51, ਪੋਲਿੰਗ ਏਜੰਟ ਦੇ ਨਿਯੁਕਤੀ ਪੱਤਰ SE61, ਬਲਾਈਂਡ ਅਤੇ ਹੈਂਡੀਕੈਪ ਵੋਟਰਾਂ ਦੀ ਲਿਸਟ SE51, ਪ੍ਰੀਜ਼ਾਈਡਿੰਗ ਅਫਸਰ ਡਾਇਰੀ SE61, ਚੋਣ ਡਿਊਟੀ ਸਰਟੀਫਿਕੇਟ SE51, ਕੈਸ਼ ਪ੍ਰਾਪਤੀ ਅਤੇ ਜ਼ਬਤ SE61, ਵੋਟਰ ਦੇ ਸਹਾਇਕ ਦੀ ਘੋਸ਼ਣਾ SE51, ਹੋਰ ਜ਼ਰੂਰਤਾਂ ਲਈ ਛੋਟੇ ਲਿਫਾਫੇ SE71, ਵੋਟਰਾਂ ਦਾ ਰਜਿਸਟਰ 17A, ਵੋਟਰਾਂ ਦੇ ਹਸਤਾਖਰ ਵਾਲਾ ਪੇਪਰ SE81, ਨਿਯਮ 40 ਤਹਿਤ ਪ੍ਰੀਜ਼ਾਈਡਿੰਗ ਅਫਸਰ ਦੀ ਬਰੀਫ ਰਿਕਾਰਡ ਡਾਇਰੀ SE61, ਪਲੇਨ ਲਿਫਾਫੇ SE72 ਅਤੇ SE83, ਨਾ ਵਰਤੇ ਬੈਲਟ ਪੇਪਰ SE75, ਕੋਈ ਹੋਰ ਕਾਗਜ਼ ਜੋ ਰਿਟਰਨਿੰਗ ਅਧਿਕਾਰੀ ਨੇ ਸੀਲ ਕਰਨ ਲਈ ਕਿਹਾ ਹੋਵੇ। 1 ਨਾ ਵਰਤੇ ਅਤੇ ਖਰਾਬ ਸਪੈਸ਼ਲ ਟੈਗ ਲਈ ਲਿਫਾਫਾ SE71, ਨਾ ਵਰਤੀ ਅਤੇ ਖਰਾਬ ਸਟ੍ਰਿਪ ਸੀਲ SE71, ਪੋਲਿੰਗ ਸਟੇਸ਼ਨ ਲਈ ਹਰ ਜ਼ਰੂਰੀ ਸਮੱਗਰੀ ਜੋ ਕਿ ਰਵੀ ਅਤੇ ਉਸ ਦੀ ਟੀਮ ਨੇ ਲੈਣੀ ਹੈ। ਸਟੇਸ਼ਨਰੀ ਦੀ ਲਿਸਟ ਪੈਨਸਿਲ 1, ਨੀਲੇ ਬਾਲ ਪੈਨ 3 ਅਤੇ ਲਾਲ ਪੈਨ 1, 8 ਖਾਲੀ ਕਾਗਜ਼, 25 ਪਿੰਨਾਂ, 1 ਮਾਚਿਸ, ਲਾਖ 6 ਸਟਿਕ, ਵੋਟਿੰਗ ਕੰਪਾਰਟਮੈਂਟ ਲਈ ਸਮਾਨ 2x2 4 ਸੈਟ, ਗੂੰਦ 1 ਬੋਤਲ, 1 ਬਲੇਡ, 4 ਮੋਮਬੱਤੀਆਂ, 20 ਮੀਟਰ ਧਾਗਾ, ਮੈਟਲ ਰੂਲਰ 1, 3 ਕਾਰਬਨ ਪੇਪਰ, ਤੇਲ ਆਦਿ ਸਾਫ਼ ਕਰਨ ਲਈ ਕਪੜਾ 2 ਪੀਸ, ਪੈਕਿੰਗ ਪੇਪਰ 2 ਸ਼ੀਟ, ਨਾ ਮਿਟਨਯੋਗ ਸਿਆਹੀ ਰੱਖਣ ਲਈ ਕੱਪ 1, 24 ਡਰਾਇੰਗ ਪਿੰਨਾਂ, 20 ਰਬੜ, 1 ਸੈਲੋ ਟੇਪ, 1 ਚੈੱਕ ਲਿਸਟ। ਇਸ ਵੇਲੇ ਤੱਕ ਪੋਲਿੰਗ ਪਾਰਟੀ ਦੇ ਜਾਣ ਲਈ ਟਰਾਂਸਪੋਰਟ ਪ੍ਰਬੰਧ ਮੁਕੰਮਲ ਹੋਣੇ ਚਾਹੀਦੇ ਹਨ। ਪੋਲਿੰਗ ਸਟੇਸ਼ਨ ਦੀ ਸੈਟਿੰਗ ਕਰਨਾ। ਇਹ ਵੋਟਾਂ ਦਾ ਦਿਨ ਹੈ। ਰਵੀ ਅਤੇ ਉਸ ਦੀ ਟੀਮ ਸੁਰੱਖਿਆ ਸਟਾਫ ਦੇ ਨਾਲ ਪੋਲਿੰਗ ਸਟੇਸ਼ਨ ਤੇ ਇੱਕ ਦਿਨ ਪਹਿਲਾਂ ਪਹੁੰਚ ਚੁੱਕੀ ਹੈ। ਇਹਨਾਂ ਸਾਰੇ ਵਿਅਕਤੀਆਂ ਦੁਆਰਾ ਪੋਲਿੰਗ ਸਟੇਸ਼ਨ ਨੂੰ ਘੱਟੋ-ਘੱਟ ਵੋਟਾਂ ਸ਼ੁਰੂ ਹੋਣ ਤੋਂ 2 ਘੰਟੇ ਪਹਿਲਾਂ ਤੱਕ ਤਿਆਰ ਕਰ ਲਿਆ ਜਾਏਗਾ। ਇਹਨਾਂ ਨੂੰ ਪੋਲਿੰਗ ਸਟੇਸ਼ਨ ਤੇ ਇੱਕ ਦਿਨ ਪਹਿਲਾਂ ਪਹੁੰਚ ਜਾਣਾ ਚਾਹੀਦਾ ਹੈ ਅਤੇ ਰਾਤ ਉੱਥੇ ਹੀ ਠਹਿਰਨੀ ਚਾਹੀਦੀ ਹੈ। ਈਵੀਐਮ ਨੂੰ ਸਿਰਫ ਨਿਰਧਾਰਿਤ ਸਮੇਂ ਤੇ ਹੀ ਖੋਲਿਆ ਜਾਏ। ਜੇਕਰ ਕੋਈ ਪੋਲਿੰਗ ਅਫਸਰ ਗੈਰ ਹਾਜ਼ਰ ਹੈ ਤਾਂ ਪ੍ਰੀਜ਼ਾਈਡਿੰਗ ਅਫਸਰ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੀ ਮਰਜ਼ੀ ਵਾਲਾ ਹੋਰ ਲੋੜੀਂਦਾ ਵਿਅਕਤੀ ਆਪਣੇ ਨਾਲ ਲਗਾ ਲਵੇ ਅਤੇ ਜ਼ਿਲ੍ਹਾ ਚੋਣ ਅਫਸਰ ਨੂੰ ਸੂਚਿਤ ਕਰ ਦੇਵੇ। ਗੈਰ ਹਾਜ਼ਰ ਦਾ ਬਦਲਵਾਂ ਪ੍ਰਬੰਧ ਵਿਅਕਤੀ ਕਿਸੇ ਉਮੀਦਵਾਰ ਦਾ ਵਰਕਰ ਨਹੀਂ ਹੋਣਾ ਚਾਹੀਦਾ। ਪੋਲਿੰਗ ਸਟੇਸ਼ਨ ਦੀ ਚੈਕਿੰਗ। ਇਹ ਨਿਰਧਾਰਿਤ ਕੀਤਾ ਜਾਏ ਕਿ ਚੋਣ ਪ੍ਰਕਿਰਿਆ ਪਾਰਦਰਸ਼ਿਤ ਹੋਵੇ ਅਤੇ ਵੋਟ ਦੀ ਗੋਪਨੀਯਤਾ ਭੰਗ ਨਾ ਹੋਵੇ। ਜੇਕਰ ਇਹ ਜ਼ਰੂਰੀ ਹੋਵੇ ਤਾਂ ਲੋੜ ਅਨੁਸਾਰ ਵੋਟਰਾਂ ਨੂੰ ਇੰਦਰਾਜ ਕਰਨ ਲਈ ਸਥਾਨ ਉਪਲਬਧ ਕਰਾਇਆ ਜਾਵੇ। ਵੋਟਰਾਂ ਦੇ ਅੰਦਰ ਦਾਖਲ ਹੋਣ ਲਈ ਅਤੇ ਬਾਹਰ ਨਿਕਲਣ ਲਈ
ਅਲੱਗ-ਅਲੱਗ ਇੰਦਰਾਜ ਹੋਣਾ ਚਾਹੀਦਾ ਹੈ। ਜੇਕਰ ਇੱਕ ਹੀ ਦਰਵਾਜ਼ਾ ਹੋਵੇ ਤਾਂ ਬਾਂਸ ਦੇ ਡਿਵਾਈਡਰ ਦੇ ਨਾਲ ਦਰਵਾਜ਼ੇ ਨੂੰ 2 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਵੋਟਰਾਂ ਦੀ ਆਵਾਜਾਈ ਅੰਦਰ ਆਉਣ ਤੋਂ ਬਾਹਰ ਜਾਣ ਤੱਕ ਆਸਾਨੀ ਨਾਲ ਹੋ ਸਕੇ। ਪੋਲਿੰਗ ਏਜੰਟ ਅਜਿਹੀ ਜਗ੍ਹਾ ਤੇ ਬੈਠੇ ਹੋਣੇ ਚਾਹੀਦੇ ਹਨ ਜਿੱਥੋਂ ਸਾਰੀ ਕਾਰਵਾਈ ਚੱਲਦੀ ਵੇਖ ਸਕਣ, ਪਰ ਨਾਲ ਇਹ ਵੀ ਨਿਰਧਾਰਿਤ ਕਰ ਲਿਆ ਜਾਵੇ ਕਿ ਉਹ ਵੋਟਰਾਂ ਦੁਆਰਾ ਪਾਈ ਜਾ ਰਹੀ ਵੋਟ ਨੂੰ ਨਾ ਦੇਖ ਸਕਣ। ਵੋਟਿੰਗ ਕੰਪਾਰਟਮੈਂਟ ਦਰਵਾਜ਼ੇ ਜਾਂ ਖਿੜਕੀ ਤੋਂ ਅਜਿਹੀ ਸਥਿਤੀ ਵਿੱਚ ਹੋਣੇ ਚਾਹੀਦੇ ਹਨ ਕਿ ਗੋਪਨੀਯਤਾ ਬਣੀ ਰਹੇ। ਵੋਟਿੰਗ ਕੰਪਾਰਟਮੈਂਟ ਜਿੰਨਾ ਹੋ ਸਕੇ 23 ਇੰਚ ਬਾਈ 23 ਇੰਚ ਬਾਈ 23 ਇੰਚ ਫਲੈਕਸ ਬੋਰਡ ਦਾ ਬਣਾਇਆ ਜਾਵੇ। ਜੇਕਰ ਗੱਤੇ ਨਾਲ ਵੀ ਇਸ ਨੂੰ ਚੰਗੀ ਹਾਲਤ ਵਿੱਚ ਬਣਾਉਣ ਦੀ ਸੰਭਾਵਨਾ ਹੋਵੇ ਤਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵੋਟਿੰਗ ਕੰਪਾਰਟਮੈਂਟ ਕੰਟਰੋਲ ਯੂਨਿਟ ਤੋਂ ਥੋੜਾ ਦੂਰੀ ਤੇ ਰੱਖਿਆ ਜਾਣਾ ਚਾਹੀਦਾ ਹੈ। ਬੈਲਟ ਯੂਨਿਟ ਅਤੇ ਕੰਟਰੋਲ ਯੂਨਿਟ ਨੂੰ ਜੋੜਨ ਵਾਲੀ ਤਾਰ ਵੋਟਰਾਂ ਨੂੰ ਕੋਈ ਅਸੁਵਿਧਾ ਨਾ ਕਰੇ, ਪਰ ਇਹ ਤਾਰ ਪੂਰੀ ਤਰ੍ਹਾਂ ਨਜ਼ਰ ਵੀ ਆਉਣੀ ਚਾਹੀਦੀ ਹੈ। ਜੇਕਰ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਇਕੱਠੇ ਹੋ ਰਹੀਆਂ ਹੋਣ ਤਾਂ ਦੋਵੇਂ EVMs ਨੂੰ ਅਲੱਗ-ਅਲੱਗ ਕੰਪਾਰਟਮੈਂਟ ਵਿੱਚ ਰੱਖਿਆ ਜਾਏ ਅਤੇ ਵੱਡੇ ਅੱਖਰਾਂ ਵਿੱਚ ਨਿਸ਼ਾਨ ਲਗਾਏ ਜਾਣ। ਚੋਣ ਟੀਮ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਿਸ਼ਾਨ ਜਾਂ ਫੋਟੋ ਨੂੰ ਪੋਲਿੰਗ ਏਰੀਆ ਦੇ ਨਜ਼ਦੀਕ ਨਹੀਂ ਲਗਾਉਣ ਦੇਵੇਗੀ ਜਦੋਂ ਤੱਕ ਵੋਟ ਖਤਮ ਨਹੀਂ ਹੁੰਦੇ। ਪੋਲ ਸਟੇਸ਼ਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਅੱਗ ਜਲਾਉਣ ਦੀ ਮਨਾਹੀ ਹੈ। ਜ਼ਰੂਰਤ ਪੈਣ ਤੇ ਮੋਮਬੱਤੀ ਜਗਾਓ ਜਦ ਚੋਣ ਮਟੀਰੀਅਲ ਅਤੇ EVM ਨੂੰ ਸੀਲ ਕਰਨਾ ਹੋਵੇ। ਅੱਗ ਬੁਝਾਉਣ ਲਈ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ। ਰਵੀ यानी कि प्रिजाइडिंग ऑफिसर पोलिंग स्टेशन दे बाहर आप निशान लगाएगा। एक नोटिस जिस तो पोलिंग एरिया दा पता चलेगा अते इलैक्टोरल्स बारे जानकारी मिलेगी। एक कॉपी कैंडीडेटां दी लिस्ट वाली जिस विच उन्हां दे चोण निशान भी होणगे लगाई जाएगी। लोड़ींदियां सहूलतां हर पोलिंग स्टेशन ते हेठ लिखियां घट्टो घट सहूलतां मुहैया कराणियां जरूरी हन। रैंप दी सहूलत, पीण वाले पानी दी सहूलत, लोड़ींदा फर्नीचर, ढुकवीं रोशनी दा प्रबंध, सहायता डेस्क, ठीक दिशा निर्देश, टॉयलेट, लाइन विच लगे वोटरां लई शेड। पोलिंग स्टेशन अंदर कौन दाखिल हो सकता है? प्रिजाइडिंग ऑफिसर हेठ लिखे व्यक्तियों नूं पोलिंग स्टेशन अंदर दाखिल होने दी इजाजत दे सकता है। वोटरां नूं, पोलिंग अफसरां नूं, हर एक चोण लड़ रहे उम्मीदवार नूं, हर एक चोण लड़ रहे उम्मीदवार दे एक ही पोलिंग एजेंट नूं, चोण कमीशन ਵੱਲੋਂ निर्धारित पत्र सहित किसी भी व्यक्ति नूं, सरकारी कर्मचारी नूं, वोटर द्वारा ना चुके गए बच्चे नूं, ब्लाइंड ਜਾਂ ਹੋਰ ਲੋੜੀਂਦੀ ਸਹਾਇਤਾ ਲਈ ਵੋਟਰ ਦੇ ਸਹਾਇਕ ਨੂੰ, ਵੋਟਰਾਂ ਦੀ ਸ਼ਨਾਖਤੀ ਜਾਂ ਸਹਾਇਤਾ ਲਈ ਵੋਟ ਪਾਉਣ ਲਈ ਸਹਾਇਕ ਨੂੰ। पुलिस ਅਤੇ ਸੁਰੱਖਿਆ ਅਮਲਾ ਤਦ ਤੱਕ ਪੋਲਿੰਗ ਸਟੇਸ਼ਨ ਅੰਦਰ ਦਾਖਲ ਨਹੀਂ ਹੋ ਸਕਦਾ ਜਦ ਤੱਕ ਸੁਰੱਖਿਆ ਪ੍ਰਬੰਧਾਂ ਲਈ ਇਹ ਜ਼ਰੂਰੀ ਨਾ ਹੋਵੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੋਲਿੰਗ ਸਟੇਸ਼ਨਾਂ ਦੇ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਅਤੇ ਪੋਲਿੰਗ ਸਟੇਸ਼ਨ ਦੀ ਸੁਰੱਖਿਆ ਦੇ ਨਾਲ ਨਿਯਮਿਤ ਤੌਰ ਤੇ ਪੋਲਿੰਗ ਸਟੇਸ਼ਨ ਅੰਦਰ ਦਾਖਲੇ ਦਾ ਸਾਰਾ ਪ੍ਰਬੰਧ ਕੇਂਦਰੀ ਪੁਲਿਸ ਬਲ ਜਾਂ CRPF ਦੇ ਕੋਲ ਹੁੰਦਾ ਹੈ। प्रिजाइडिंग ऑफिसर ਦੀ ਮਰਜ਼ੀ ਅਤੇ ਜ਼ਰੂਰਤ ਅਨੁਸਾਰ ਹੀ ਉਹ ਪੋਲਿੰਗ ਸਟੇਸ਼ਨ ਅੰਦਰ ਦਾਖਲ ਹੋ ਸਕਦੇ ਹਨ। ਇਹ ਯਕੀਨੀ ਬਣਾਇਆ ਜਾਵੇ ਕਿ ਸੁਰੱਖਿਆ ਬਲ ਚੋਣਾਂ ਸ਼ੁਰੂ ਹੋਣ ਤੋਂ ਢੁਕਵਾਂ ਸਮਾਂ ਪਹਿਲਾਂ ਚੋਣ ਸਟੇਸ਼ਨ ਤੇ ਪਹੁੰਚਣ। ਸੁਰੱਖਿਆ ਬਲ ਦੇ ਜਵਾਨ ਪੋਲਿੰਗ ਸਟੇਸ਼ਨ ਦੇ ਦਰਵਾਜ਼ੇ ਤੇ ਖੜੇ ਹੋ ਕੇ ਪੋਲਿੰਗ ਸਟੇਸ਼ਨ ਦੇ ਅੰਦਰ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣਗੇ। ਜਿਵੇਂ ਕਿ ਪਹਿਲਾਂ ਹੀ ਕਿਹਾ ਗਿਆ ਹੈ ਕਿ ਉਹ ਪੋਲਿੰਗ ਸਟੇਸ਼ਨ ਦੇ ਅੰਦਰ ਦਾਖਲ ਨਹੀਂ ਹੋਣਗੇ। ਸਥਾਨਕ ਪੁਲਿਸ ਦੀ ਜ਼ਿੰਮੇਵਾਰੀ ਸਬੰਧਤ ਇਲਾਕੇ ਦੀ ਸਧਾਰਨ ਕਾਨੂੰਨ ਵਿਵਸਥਾ ਦੀ ਹੁੰਦੀ ਹੈ। ਕਿਸੇ ਵੀ ਸੂਰਤ ਵਿੱਚ ਸਥਾਨਕ ਰਾਜ ਪੁਲਿਸ CRPF ਦੇ ਤੈਨਾਤ ਅਧਿਕਾਰੀਆਂ ਦਾ ਬਦਲਵਾਂ ਪ੍ਰਬੰਧ ਨਹੀਂ ਹੋਏਗੀ। 100-200 ਮੀਟਰ ਦਾ ਇਲਾਕਾ ਸੰਵੇਦਨਸ਼ੀਲ ਹੈ। ਪ੍ਰੀਜ਼ਾਈਡਿੰਗ ਆਫਿਸਰ ਇਹ ਧਿਆਨ ਦੇਗਾ ਕਿ ਪੋਲਿੰਗ ਸਟੇਸ਼ਨ ਵਾਲੀ ਇਮਾਰਤ ਅਤੇ ਨਾਲ ਲੱਗਦਾ 100 ਮੀਟਰ ਦਾ ਇਲਾਕਾ ਉਸਦੇ ਪੂਰਨ ਨਿਯੰਤਰਣ ਵਿੱਚ ਹੋਵੇ। 100 ਮੀਟਰ ਦੇ ਦਾਇਰੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਚੋਣ ਪ੍ਰਚਾਰ ਨਾ ਹੋ ਰਿਹਾ ਹੋਵੇ। ਰਵੀ ਨੇ ਦੇਖਿਆ ਕਿ ਇੱਕ ਉਮੀਦਵਾਰ ਨੇ ਪੋਲਿੰਗ ਸਟੇਸ਼ਨ ਦੇ 200 ਮੀਟਰ ਦੇ ਦਾਇਰੇ ਵਿੱਚ ਆਪਣਾ ਪੋਲਿੰਗ ਬੂਥ ਸਥਾਪਿਤ ਕੀਤਾ ਹੈ।
जो कि चोण कमिशन ਦੀਆਂ ਹਦਾਇਤਾਂ ਅਨੁਸਾਰ ਉੱਥੇ ਨਹੀਂ ਹੋਣਾ ਚਾਹੀਦਾ। ਇਸ ਲਈ ਸੁਰੱਖਿਆ ਅਧਿਕਾਰੀਆਂ ਨੇ ਪੋਲਿੰਗ ਬੂਥ ਨੂੰ 200 ਮੀਟਰ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ। ਮੋਕ ਪੋਲ ਦਾ ਸੰਚਾਲਨ। ਰਵੀ ਪੋਲਿੰਗ ਏਜੰਟ ਦੇ ਨਿਯੁਕਤੀ ਪੱਤਰ ਅਤੇ ਨਮੂਨਾ ਹਸਤਾਖਰ ਚੈੱਕ ਕਰਦਾ ਹੈ। रवि मोक पोल करवा रहा है। असल पोलिंग तो 1 घंटा पहला घट्टो घट 50 वोटां मोक पोल द्वारा करवाईयां जाणगियां जेकर वीवी पैच प्रयोग किया गया है। जेकर पोलिंग एजेंट हाजिर नहीं हन तां 20 मिनट इंतजार करन तो बाद प्रिजाइडिंग ऑफिसर, माइक्रो ऑब्जर्वर या सैक्टर ऑफिसर ਅਤੇ पोलिंग स्टेशन ते हाजिर होर व्यक्तियां सामने हर एक उम्मीदवार नूं वोट पाएगा। जेकर इसे दौरान पोलिंग एजेंट आ जाते हैं तब प्रिजाइडिंग ऑफिसर मोक पोल नूं ना तां रोकेगा अते ना ही दोबारा शुरू करेगा। मोक पोल एक जरूरी पड़ाव है अते प्रिजाइडिंग ऑफिसर नूं इस दा सर्टिफिकेट देना पैंदा है। इस पड़ाव ते सीयू क्लॉक अते बैटरी दी कारगुजारी नूं देख लेना चाहिदा है। मोक पोल शुरू होने तो पहला क्लियर दा बटन दबाओ ਅਤੇ ਫਿਰ ਟੋਟਲ ਵਾਲਾ ਬਟਨ ਦਬਾਓ। ਪੋਲਿੰਗ ਏਜੰਟ ਨੂੰ ਦਿਖਾਓ ਕਿ ਈਵੀਐਮ ਵਿੱਚ ਅਜੇ ਤੱਕ ਕੋਈ ਵੋਟ ਨਹੀਂ ਹੋਈ। ਫਿਰ ਮੋਕ ਪੋਲ ਸ਼ੁਰੂ ਕਰਵਾਓ, ਜਿਸ ਦੌਰਾਨ ਹਰ ਇੱਕ ਉਮੀਦਵਾਰ ਵਾਲਾ ਬਟਨ ਲਗਭਗ ਇੱਕੋ ਜਿਹੀ ਗਿਣਤੀ ਵਿੱਚ ਦਬਾਓ। ਨੋਟਾ ਅਤੇ ਬੀਯੂ ਬਟਨ ਵੀ ਕਿੰਨੀ ਵਾਰ ਦਬਾਉਣਾ ਚਾਹੀਦਾ ਹੈ। एक क्लोज बटन नु दबाओ, फिर इनवैलिड बटन नु दबाओ ਅਤੇ ਯਕੀਨੀ ਬਣਾਓ ਕਿ क्लोज बटन दबाਉਣ ਤੋਂ ਬਾਅਦ ਕੋਈ ਵੀ ਵੋਟ ਨਹੀਂ ਪੈ ਸਕਦੀ। ਫਿਰ ਰਿਜ਼ਲਟ ਬਟਨ ਦਬਾਓ ਅਤੇ ਏਜੰਟਾਂ ਨੂੰ ਉਮੀਦਵਾਰ ਅਨੁਸਾਰ ਮੋਕ ਪੋਲ ਦਾ ਰਿਜ਼ਲਟ ਦਿਖਾਓ। ਜਦੋਂ ਉਹ ਸੰਤੁਸ਼ਟ ਹੋ ਜਾਂਦੇ ਹਨ ਤਾਂ ਮੋਕ ਪੋਲ ਨੂੰ ਈਵੀਐਮ ਵਿੱਚੋਂ ਕਲੀਅਰ ਕਰ ਦਿਓ। ਇਸ ਨੂੰ ਕਲੀਅਰ ਕਰਨ ਤੋਂ ਬਾਅਦ ਮੋਕ ਪੋਲ ਸਰਟੀਫਿਕੇਟ ਅਤੇ ਪੋਲਿੰਗ ਏਜੰਟ ਤੇ ਆਬਜ਼ਰਵਰ ਦੇ ਹਸਤਾਖਰ ਕਰਵਾਓ। ਸੀਯੂ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਅਤੇ ਹੁਣ ਪ੍ਰੀਜ਼ਾਈਡਿੰਗ ਆਫੀਸਰ ਮਸ਼ੀਨ ਨੂੰ ਟੈਗ ਕਰੇਗਾ। ਬੈਲਟ ਯੂਨਿਟ ਪਹਿਲਾਂ ਹੀ ਆਰਓਜ਼ ਵੱਲੋਂ ਸੀਲਡ ਹੈ। ਮੋਕ ਪੋਲ ਦਾ ਰਿਜ਼ਲਟ ਕਲੀਅਰ ਕਰਨਾ ਨਾ ਭੁੱਲੋ ਅਤੇ ਮੋਕ ਪੋਲ ਸਰਟੀਫਿਕੇਟ ਤੇ ਇਸ ਦਾ ਰਿਕਾਰਡ ਰੱਖੋ। ਮੋਕ ਪੋਲ ਦਾ ਡਾਟਾ ਕਲੀਅਰ ਕਰਨ ਤੋਂ ਬਾਅਦ ਸੀਯੂ ਨਿਰਧਾਰਿਤ ਟੈਗ ਨਾਲ ਸੀਲ ਕਰੋ ਅਤੇ ਇਸ ਨੂੰ ਅਸਲ ਪੋਲ ਲਈ ਤਿਆਰ ਰੱਖੋ। ਗ੍ਰੀਨ ਪੇਪਰ ਸੀਲ ਨੂੰ ਰਿਜ਼ਲਟ ਵਾਲੇ ਦੋਨੋਂ ਨਿਰਧਾਰਿਤ ਫਾਰਮਾਂ ਵਿੱਚ ਪਾਓ। ਰਿਜ਼ਲਟ ਸਿਲੈਕਸ਼ਨ ਵਾਲੇ ਕੰਪਾਰਟਮੈਂਟ ਡੋਰ ਨੂੰ ਅੰਦਰੋਂ ਗ੍ਰੀਨ ਪੇਪਰ ਸੀਲ ਨਾਲ ਸੀਲ ਬੰਦ ਕਰੋ। स्पेशल टैग नू इस तरह लगाओ कि क्लोज बटन दिखाई दिंदा रहे। जिवें कि क्लोज बटन नजर आ रहा है। रिजल्ट सेक्शन नू बंद करो। ये यकीनी बनाओ कि ग्रीन पेपर सीलिंग विच सील हो जावे जिस विच एड्रेस टैग दा प्रयोग किया गया है। हुण पेपर स्ट्रिप नू सील करो। हुण पेपर स्ट्रिप नू सील इस तरह लगाओ कि गूंद वाला पोर्शन बाहर वल जावे। ग्रीन पेपर सील दे नाल ही इस नू जोड़ दियो। वैक्स पेपर कवरिंग नू हटाओ।
ਗ੍ਰੀਨ ਪੇਪਰ ਸੀਲ ਦੇ ਹੇਠਲੇ ਲੈਵਲ ਨਾਲ ਜੋੜ ਦਿਓ। ਹੁਣ B ਨੂੰ ਹਟਾਓ ਅਤੇ ਇਸ ਦੇ ਉੱਪਰ ਜੋੜ ਦਿਓ। ਗੂੰਦ ਲਗਾਉਣ ਤੋਂ ਬਾਅਦ C ਹਿੱਸਾ ਉੱਪਰ ਆ ਜਾਵੇਗਾ। ਫਿਰ C ਦੇ ਉੱਪਰੋਂ ਗੂੰਦ ਵਾਲਾ ਕਾਗਜ਼ ਉਤਾਰੋ ਅਤੇ ਦੋਵਾਂ ਨੂੰ ਚਿਪਕਾਓ। ਹੁਣ ਸਟ੍ਰਿਪ ਸੀਲ ਲਗਾਓ ਅਤੇ ਖੱਬੇ ਪਾਸੇ ਤੋਂ ਸ਼ੁਰੂ ਕਰਕੇ ਘੁਮਾ ਕੇ ਕੰਟਰੋਲ ਯੂਨਿਟ ਤੱਕ ਲੈ ਜਾਓ। C ਸਟ੍ਰਿਪ ਦਾ ਦੂਜਾ ਹਿੱਸਾ ਰਾਈਟ ਸਾਈਡ ਤੇ ਲਗਾਓ ਅਤੇ ਉਸ ਨੂੰ D ਪੁਆਇੰਟ ਤੇ ਜੋੜ ਦਿਓ। ਹੁਣ ਗੂੰਦ ਵਾਲਾ ਕਾਗਜ਼ ਹਟਾਓ ਅਤੇ ਗ੍ਰੀਨ ਪੇਪਰ ਸੀਲ ਨੂੰ ਇੱਥੇ ਚਿਪਕਾ ਦਿਓ। ਹੁਣ ਇਹ ਅਸਲ ਪੋਲ ਲਈ ਤਿਆਰ ਹੈ। ਹੁਣ ਪੋਲ ਏਜੰਟ ਨੂੰ ਪੇਪਰ ਸਟ੍ਰਿਪ ਤੇ ਲਿਖਿਆ ਸੀਰੀਅਲ ਨੰਬਰ ਨੋਟ ਕਰਾ ਕੇ ਉਸ ਦੇ ਹਸਤਾਖਰ ਲਓ ਅਤੇ ਨਾਲ ਹੀ ਆਪਣੇ ਹਸਤਾਖਰ ਵੀ ਕਰੋ। ਪੋਲ ਤੋਂ ਠੀਕ ਪਹਿਲਾਂ ਪੋਲਿੰਗ ਇਲਾਕੇ ਦਾ BLO ਆ ਚੁੱਕਾ ਹੈ। ਉਹ ਪੋਲ ਦੌਰਾਨ ਡੁਪਲੀਕੇਟ ਸਲਿੱਪਾਂ ਦੀਆਂ ਕਾਪੀਆਂ ਸਮੇਤ ਹਾਜ਼ਰ ਰਹੇਗਾ। ਇਹ ਕਾਪੀਆਂ ਜੋ ਕਿ 1 ਹਫ਼ਤਾ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਨ। ਇਹ ਇਸ ਲਈ ਹੈ ਤਾਂ ਜੋ ਕੋਈ ਵੋਟਰ ਆਪਣੀ ਵੋਟਰ ਸਲਿੱਪ ਗਵਾ ਜਾਂ ਭੁੱਲ ਨਾ ਜਾਵੇ। ਪੋਲਿੰਗ ਨਿਰਧਾਰਿਤ ਸਮੇਂ ਤੇ ਸ਼ੁਰੂ ਹੋਣੀ ਚਾਹੀਦੀ ਹੈ। ਜੇ ਨਹੀਂ ਹੁੰਦਾ ਤਾਂ ਰਵੀ ਨੂੰ ਆਪਣੀ ਪ੍ਰੀਜ਼ਾਈਡਿੰਗ ਆਫੀਸਰ ਵਾਲੀ ਡਾਇਰੀ ਵਿੱਚ ਦੇਰੀ ਦੇ ਕਾਰਨ ਦੱਸਣੇ ਪੈਣਗੇ। ਪ੍ਰੀਜ਼ਾਈਡਿੰਗ ਅਫਸਰ ਵੱਲੋਂ 3 ਤਰ੍ਹਾਂ ਦੀਆਂ ਡੈਕਲੇਰੇਸ਼ਨ ਦਿੱਤੀਆਂ ਜਾਣਗੀਆਂ: ਪੋਲ ਤੋਂ ਪਹਿਲਾਂ, ਨਵੀਂ VOTING ਮਸ਼ੀਨ ਲਗਾਉਣ ਸਮੇਂ ਅਤੇ ਪੋਲ ਦੇ ਅੰਤ ਵਿੱਚ। ਰਵੀ ਕੁਮਾਰ ਹੁਣ ਪਹਿਲੀ ਡੈਕਲੇਰੇਸ਼ਨ ਪੜ੍ਹ ਰਿਹਾ ਹੈ ਅਤੇ ਸਾਰੇ ਹਾਜ਼ਰ ਲੋਕਾਂ ਦੇ ਉਸ ਤੇ ਹਸਤਾਖਰ ਲੈ ਰਿਹਾ ਹੈ। ਉਹ ਚੋਣਾਂ ਦੀ ਗੋਪਨੀਯਤਾ ਬਣਾਈ ਰੱਖਣ ਦੇ ਲਈ ਇੱਕ ਵਾਰ ਫਿਰ ਹਦਾਇਤਾਂ ਜਾਰੀ ਕਰਦਾ ਹੈ। ਇਲੈਕਟੋਰਲ ਰੋਲ ਦੀ ਮਾਰਕਡ ਕਾਪੀ ਅਤੇ ਵੋਟਰਾਂ ਦਾ ਰਜਿਸਟਰ ਫਾਰਮ ਨੰਬਰ 17A ਰਾਹੀਂ ਪੋਲਿੰਗ ਏਜੰਟਸ ਨੂੰ ਦਿੰਦਾ ਹੈ। ਹੁਣ ਪੋਲਿੰਗ ਬੂਥ ਅਸਲ VOTING ਲਈ ਬਿਲਕੁਲ ਤਿਆਰ ਹੈ। ਪੋਲ ਦੇ ਦੌਰਾਨ ਰਵੀ ਕੁਮਾਰ ਦੇ ਅਨੁਸਾਰ ਹੁਣ ਪੋਲ ਸ਼ੁਰੂ ਹੋ ਚੁੱਕੀ ਹੈ। ਪੋਲਿੰਗ ਬੂਥ ਦੇ ਅੰਦਰ ਪੋਲਿੰਗ ਆਫੀਸਰਾਂ ਨੂੰ ਨਿਰਧਾਰਿਤ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ। ਆਓ ਵੇਖੀਏ ਕਿ ਇਹਨਾਂ 3 ਪੋਲਿੰਗ ਆਫੀਸਰਾਂ ਦੀਆਂ ਕਿਹੜੀਆਂ 3 ਜ਼ਿੰਮੇਵਾਰੀਆਂ ਹੁੰਦੀਆਂ ਨੇ। ਪਹਿਲਾ ਪੋਲਿੰਗ ਆਫੀਸਰ ਇਹ ਮਾਰਕਡ ਕਾਪੀ ਦੀ ਸੂਚੀ ਦਾ ਇੰਚਾਰਜ ਹੁੰਦਾ ਹੈ, ਵੋਟਾਂ ਦੀ ਸ਼ਨਾਖਤ ਦਾ ਕੰਮ ਕਰਦਾ ਹੈ। ਦੂਸਰਾ ਪੋਲਿੰਗ ਆਫੀਸਰ ਨਾਮ ਮਿਟਣ ਵਾਲੀ ਸਿਆਹੀ ਲਗਾਉਂਦਾ ਹੈ। ਵੋਟਰਾਂ ਵਾਲੇ ਰਜਿਸਟਰ ਫਾਰਮ 17A ਵੋਟਾਂ ਦੀ ਕ੍ਰਮਬੱਧਤਾ ਅਨੁਸਾਰ ਇਲੈਕਟੋਰਲ ਅਤੇ ਇਲੈਕਟੋਰਲ ਦੇ ਸੀਰੀਅਲ ਨੰਬਰ ਦਾ ਰਿਕਾਰਡ ਰੱਖਦਾ ਹੈ। ਤੀਸਰਾ ਪੋਲਿੰਗ ਆਫੀਸਰ ਇਹ ਵੋਟਰ ਸਲਿੱਪਾਂ ਇਕੱਠੀਆਂ ਕਰਦਾ ਹੈ ਅਤੇ ਸੰਭਾਲ ਕੇ ਰੱਖਦਾ ਹੈ। ਉਂਗਲ ਤੇ ਨਾਮ ਮਿਟਣ ਵਾਲੀ ਸਿਆਹੀ ਦੇ ਨਿਸ਼ਾਨ ਨੂੰ ਚੈੱਕ ਕਰਦਾ ਹੈ। ਇਸ ਮਗਰੋਂ ਵੋਟਰਾਂ ਨੂੰ ਵੋਟ ਪਾਉਣ ਦੀ ਆਗਿਆ ਦਿੱਤੀ ਜਾਂਦੀ ਹੈ। ਕੁਝ ਪੋਲਿੰਗ ਸਟੇਸ਼ਨਾਂ ਤੇ ਕੁਝ ਮਾਈਕਰੋ ਆਬਜ਼ਰਵਰਸ ਦੀ ਨਿਯੁਕਤੀ ਵੀ ਕੀਤੀ ਜਾਂਦੀ ਹੈ, ਜਿਨ੍ਹਾਂ ਬਾਰੇ ਬਾਅਦ ਵਿੱਚ ਗੱਲ ਕੀਤੀ ਜਾਏਗੀ। ਪੋਲਿੰਗ ਦੌਰਾਨ ਵੋਟਰਾਂ ਦੀ ਲਗਾਤਾਰ ਐਂਟਰੀ ਜ਼ਰੂਰੀ ਹੈ। ਬਜ਼ੁਰਗ, ਅਪੰਗ ਵਿਅਕਤੀ, ਬੱਚਿਆਂ ਵਾਲੀਆਂ ਔਰਤਾਂ ਨੂੰ ਪਹਿਲ ਦੇ ਆਧਾਰ ਤੇ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਂਦੀ ਹੈ। ਸੁਣਨ ਅਤੇ ਬੋਲਣ ਤੋਂ ਅਸਮਰੱਥ ਲੋਕਾਂ ਨੂੰ ਵੀ ਖਾਸ ਤਵੱਜੋ ਦਿੱਤੀ ਜਾਂਦੀ ਹੈ। ਰਵੀ ਅਤੇ ਉਸਦੀ ਟੀਮ ਨੂੰ VOTING ਕੰਪਾਰਟਮੈਂਟ ਵਿੱਚ ਜਾਣ ਦੀ ਆਗਿਆ ਹੈ, ਪਰ ਖਾਸ ਹਾਲਤਾਂ ਵਿੱਚ ਜੇ ਬੈਲਟ ਯੂਨਿਟ ਠੀਕ ਕੰਮ ਨਹੀਂ ਕਰ ਰਿਹਾ ਹੋਵੇ, ਜੇ ਲੱਗੇ ਕਿ ਵੋਟਰ ਕੁਝ ਗਲਤ ਗਤੀਵਿਧੀਆਂ ਕਰ ਰਿਹਾ ਹੈ ਅਤੇ ਜ਼ਿਆਦਾ ਸਮਾਂ ਲਗਾ ਰਿਹਾ ਹੈ। PRO ਪੋਲਿੰਗ ਏਜੰਟ ਦੀ ਹਾਜ਼ਰੀ ਵਿੱਚ VOTING ਕੰਪਾਰਟਮੈਂਟ ਵਿੱਚ ਦਾਖਲ ਹੁੰਦਾ ਹੈ। PRO ਹੋਣ ਦੇ ਨਾਤੇ ਤੁਹਾਡਾ ਫਰਜ਼ ਹੈ ਤੁਸੀਂ ਆਪਣੇ ਕੰਮ ਨੂੰ ਪੂਰੇ ਧਿਆਨ ਤੇ ਇਮਾਨਦਾਰੀ ਨਾਲ ਕਰੋ। ਇਸ ਲਈ ਸਭ ਤੋਂ ਮਜ਼ਬੂਤ ਟੂਲ ਹੈ ਪ੍ਰੀਜ਼ਾਈਡਿੰਗ ਆਫੀਸਰ ਦੀ ਡਾਇਰੀ। ਰਵੀ ਡਾਇਰੀ ਦੇ ਵੱਖ-ਵੱਖ ਕਾਲਮਾਂ ਦੇ ਵਿੱਚ ਵੱਖ-ਵੱਖ ਜਾਣਕਾਰੀ ਭਰਦਾ ਹੈ। ਇਸ ਡਾਇਰੀ ਨੂੰ ਨਾਲ-ਨਾਲ ਹੀ ਭਰਿਆ ਜਾਂਦਾ ਹੈ। ਵਿਸ਼ੇਸ਼ ਹਾਲਤਾਂ ਨਾਲ ਨਿਪਟਣਾ। ਚੋਣਾਂ ਦੌਰਾਨ ਕਈ ਵਾਰ ਵਿਸ਼ੇਸ਼ ਹਾਲਾਤ ਪੈਦਾ ਹੋ ਜਾਂਦੇ ਹਨ। ਚੈਲੰਜਡ ਵੋਟਾਂ, ਟੈਂਡਰਡ ਵੋਟਾਂ, ਬਲਾਈਂਡ ਅਤੇ ਹੈਂਡੀਕੈਪ ਵੋਟਰਸ, ਪ੍ਰੌਕਸੀ ਵੋਟਰਸ,
ਇੰਡੈਕਸ ਉਂਗਲੀ ਤੋਂ ਬਿਨਾਂ ਵੋਟਰ, ਦੋਹਾਂ ਹੱਥਾਂ ਦੀਆਂ ਉਂਗਲੀਆਂ ਤੋਂ ਬਗੈਰ ਵੋਟਰ, ਅੰਡਰ ਏਜ ਵੋਟਰ, ਗੋਪਨੀयता ਦਾ ਭੰਗ ਹੋਣਾ, Z ਸੁਰੱਖਿਆ ਵਾਲੇ ਵੋਟਰ, ਵਿਸ਼ੇਸ਼ ਸੁਰੱਖਿਆ ਪ੍ਰਾਪਤ ਵੋਟਰ, ਸਪੈਸ਼ਲ ਚੋਣ ਡਿਊਟੀ ਸਰਟੀਫਿਕੇਟ ਜਾਂ ਡਾਕ ਬੈਲਟ। ਆ ਹੁਣ ਇਹਨਾਂ ਵਿਸ਼ੇਸ਼ ਹਾਲਤਾਂ ਵੱਲ ਝਾਤੀ ਮਾਰਦੇ ਹਾਂ। ਚੈਲੰਜਡ ਵੋਟਸ। ਜੇਕਰ ਵੋਟਰ ਦੀ ਪਛਾਣ ਤੇ ਕੋਈ ਸ਼ੱਕ ਹੋਵੇ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ? ਪਹਿਲਾਂ ਦੇਖਣਾ ਪਏਗਾ ਕਿ ਕਿਹੜੀਆਂ ਗੱਲਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਸਕਦੇ ਹਾਂ। ਆਓ ਸ਼ੁਰੂ ਕਰਦੇ ਹਾਂ ਕਿ ਕਿਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾਏ ਜਦੋਂ ਵੋਟਰ ਦੀ ਸ਼ਨਾਖਤ ਸਾਬਿਤ ਹੋ ਸਕਦੀ ਹੋਵੇ। ਵੋਟਰ ਦਾ ਨਾਮ, ਲਿੰਗ ਅਤੇ ਉਮਰ, ਪਤਾ, ਰਿਸ਼ਤਾ ਜੋ ਕਿ ਵੋਟਰ ਸੂਚੀ ਵਿੱਚ ਦਰਜ ਹੈ ਦੀ ਮਾਮੂਲੀ ਗਲਤੀ ਨੂੰ ਅਣਗੌਲਿਆਂ ਕੀਤਾ ਜਾਏ। ਇਸੇ ਤਰ੍ਹਾਂ EPIC ਨੰਬਰ ਜਾਂ ਚੋਣ ਸੂਚੀ ਦੇ ਨੰਬਰ ਦੀ ਗਲਤੀ ਨੂੰ ਅਣਗੌਲਿਆਂ ਕੀਤਾ ਜਾਏ। ਜਿਸ ਵੋਟਰ ਕੋਲ ਫੋਟੋ ਸ਼ਨਾਖਤੀ ਕਾਰਡ ਚਾਹੇ ਕਿਸੇ ਹੋਰ ਵਿਧਾਨ ਸਭਾ ਹਲਕੇ ਦਾ ਵੀ ਹੋਵੇ ਤਾਂ ਉਸ ਨੂੰ ਵੋਟ ਪਾਉਣ ਦਿੱਤੀ ਜਾਏ, ਬਸ਼ਰਤੇ ਕਿ ਉਸ ਦਾ ਨਾਮ ਚੋਣ ਲਿਸਟ ਵਿੱਚ ਹੋਵੇ। ਪੋਲਿੰਗ ਏਜੰਟ ਵੀ ਵੋਟਰ ਦੀ ਪਛਾਣ ਤੇ ਸਵਾਲ ਖੜਾ ਕਰ ਸਕਦੇ ਹਨ। ਉਸ ਨੂੰ ਅਜਿਹੀ ਹਰ ਚੁਣੌਤੀ ਲਈ 2 ਰੁਪਏ ਜਮ੍ਹਾਂ ਕਰਵਾਉਣੇ ਹੁੰਦੇ ਹਨ। ਉਸ ਨੂੰ ਰਸੀਦ ਵੀ ਦਿੱਤੀ ਜਾਂਦੀ ਹੈ। ਅਜਿਹੀ ਹਰ ਇੱਕ ਚੁਣੌਤੀ ਦੀ ਇੱਕ ਕਰਕੇ ਪੂਰੇ ਧਿਆਨ ਦੇ ਨਾਲ ਜਾਂਚ ਕਰਨੀ ਹੁੰਦੀ ਹੈ। ਜਿਸ ਵੋਟਰ ਬਾਰੇ ਚੁਣੌਤੀ ਖੜੀ ਕੀਤੀ ਗਈ ਹੁੰਦੀ ਹੈ ਉਸ ਨੂੰ ਗਲਤ ਜਾਣਕਾਰੀ ਦੇਣ ਦੇ ਕਾਰਨ ਲੱਗਣ ਵਾਲੇ ਜੁਰਮਾਨੇ ਬਾਰੇ ਦੱਸਣਾ ਜ਼ਰੂਰੀ ਹੈ। ਫਾਰਮ 14 ਵਿੱਚ ਚੈਲੰਜਡ ਵੋਟਰ ਵਾਲੀ ਲਿਸਟ ਵਿੱਚ ਉਸ ਦਾ ਨਾਮ ਦਰਜ ਕੀਤਾ ਜਾਂਦਾ ਹੈ। ਉਸ ਦੇ ਹਸਤਾਖਰ ਜਾਂ ਫਿਰ ਉਸ ਦੇ ਅੰਗੂਠੇ ਦਾ ਨਿਸ਼ਾਨ ਲਿਆ ਜਾਂਦਾ ਹੈ। ਜੇ ਉਹ ਮਨਾ ਕਰੇ ਤਾਂ ਉਸ ਨੂੰ ਵੋਟ ਪਾਉਣ ਤੋਂ ਵੀ ਰੋਕ ਦਿੱਤਾ ਜਾਂਦਾ ਹੈ। ਜੇਕਰ ਉਹ ਸਬੂਤ ਦੇਵੇ ਤਾਂ ਵੋਟਰ ਨੂੰ ਉਸ ਦੀ ਚੁਣੌਤੀ ਦਾ ਜਵਾਬ ਦੇਣ ਲਈ ਕਹੋ। ਜੇਕਰ ਵੋਟਰ ਆਪਣੀ ਸ਼ਨਾਖਤ ਸਾਬਿਤ ਕਰ ਦੇਵੇ ਤਾਂ ਉਸ ਨੂੰ ਵੋਟ ਪਾਉਣ ਦਿਓ। ਜੇਕਰ ਅਜਿਹਾ ਨਾ ਹੋਵੇ ਤਾਂ ਚੁਣੌਤੀ ਨੂੰ ਮੰਨਦੇ ਹੋਏ ਵੋਟਰ ਨੂੰ ਵੋਟ ਨਾ ਪਾਉਣ ਦਿਓ ਅਤੇ ਪੁਲਿਸ ਦੇ ਹਵਾਲੇ ਕਰ ਦਿਓ। ਸਬੂਤ ਲੈਣ ਲਈ ਤੁਸੀਂ ਲੋਕਲ ਲੋਕਾਂ ਦੀ ਜ਼ਰੂਰਤ ਪੈਣ ਤੇ ਮਦਦ ਲੈ ਸਕਦੇ ਹੋ। ਚੁਣੌਤੀ ਕਰਨ ਵਾਲੇ ਨੂੰ ਚੁਣੌਤੀ ਦੀ ਰਕਮ 2 ਰੁਪਏ ਵਾਪਸ ਕਰ ਦਿਓ। ਜੇਕਰ ਲੱਗੇ ਕਿ ਚੁਣੌਤੀ ਸਹੀ ਮਨਸ਼ਾ ਨਾਲ ਨਹੀਂ ਕੀਤੀ ਗਈ ਤਾਂ ਜਮ੍ਹਾਂ ਕਰਵਾਈ ਫੀਸ ਮੋੜੀ ਨਹੀਂ ਜਾਂਦੀ। ਕਾਲਮ 10 ਦੇ ਵਿੱਚ ਫੋਰਫਿਟ ਲਿਖੋ ਅਤੇ ਰਸੀਦ ਬੁੱਕ ਦੇ ਵਿੱਚ ਵੀ ਲਿਖੋ। ਪ੍ਰੈਜ਼ਾਈਡਿੰਗ ਆਫੀਸਰ ਨੂੰ ਅਜਿਹੇ ਚੈਲੰਜਡ ਵੋਟਰਾਂ ਦੀ ਲਿਸਟ ਬਣਾਉਣੀ ਹੁੰਦੀ ਹੈ। ਟੈਂਡਰ ਵੋਟਰਸ। ਟੈਂਡਰ ਬੈਲਟ ਪੇਪਰ ਉਹਨਾਂ ਵੋਟਰਸ ਲਈ ਬਣਾਇਆ ਹੈ ਜਿਨ੍ਹਾਂ ਦੀ ਪਛਾਣ ਦਸਤਾਵੇਜ਼ਾਂ ਦੇ ਆਧਾਰ ਤੇ ਤਾਂ ਸਾਬਿਤ ਹੋ ਜਾਂਦੀ ਹੈ, ਪਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੋਟ ਪਾ ਕੇ ਜਾ ਚੁੱਕਾ ਹੁੰਦਾ ਹੈ। ਅਜਿਹੇ ਕੰਮ ਦੇ ਲਈ 20 ਪੋਸਟਲ ਬੈਲਟ ਪੇਪਰ ਦਿੱਤੇ ਗਏ ਹੁੰਦੇ ਹਨ। ਬੈਲਟ ਪੇਪਰ ਤੇ ਜੇ ਮੋਹਰ ਨਾ ਲੱਗੀ ਹੋਵੇ ਤਾਂ ਵੋਟਰ ਨੂੰ ਇਹ ਦੇਣ ਤੋਂ ਪਹਿਲਾਂ ਟੈਂਡਰ ਪੋਸਟਲ ਬੈਲਟ ਲਿਖਿਆ ਜਾਂਦਾ ਹੈ। ਫਾਰਮ ਨੰਬਰ 17B ਦੇ ਵਿੱਚ ਟੈਂਡਰ ਵੋਟਰ ਦੇ ਹਸਤਾਖਰ ਤੇ ਅੰਗੂਠੇ ਦਾ ਨਿਸ਼ਾਨ ਲਗਾਓ ਅਤੇ ਟੈਂਡਰ ਵੋਟਰਾਂ ਦੀ ਲਿਸਟ ਦੀ ਤਿਆਰੀ ਕਰੋ। ਰਵੀ ਪੈਰੀਆਂ ਵੋਟਾਂ ਦੀ ਪ੍ਰਕਿਰਿਆ ਦੀ ਦੇਖਰੇਖ ਕਰ ਰਿਹਾ ਹੈ। ਉਹ ਵੋਟਰ ਨੂੰ ਵੋਟ ਵਾਲੀ ਸਿਆਹੀ ਅਤੇ ਰਬੜ ਸਟੈਂਪ ਦਿੰਦਾ ਹੈ, ਜਿਸ ਨਾਲ ਵੋਟਰ ਆਪਣੀ ਪਸੰਦ ਦੇ ਉਮੀਦਵਾਰ ਤੇ ਮੋਹਰ ਲਗਾ ਕੇ ਵੋਟਰ ਪੋਸਟਲ ਬੈਲਟ ਫੋਲਡ ਕਰਕੇ ਰਵੀ ਨੂੰ ਦੇ ਦਿੰਦਾ ਹੈ। ਰਵੀ ਅਜਿਹੀਆਂ ਸਭ ਵੋਟਾਂ ਅਤੇ ਇਹਨਾਂ ਦੇ ਰਿਕਾਰਡ ਨੂੰ ਫਾਰਮ ਨੰਬਰ 17B ਦੇ ਵਿੱਚ ਦਰਜ ਕਰਕੇ ਸੰਭਾਲ ਲੈਂਦਾ ਹੈ।